ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦਾ ਦਿਨ ਤੇਰੀ ਜੈ ਅਤੇ ਪੁਨਰਥਾਨ ਦਾ ਦਿਨ ਹੈ। ਇਸ ਵਿੱਚ ਸਾਨੂੰ ਆਪ ਦੀ ਸੱਚੀ ਆਰਾਧਨਾ, ਉਪਾਸਨਾ ਆਪ ਦੇ ਅੱਗੇ ਅਰਪਿਤ ਕਰਨ ਦੇ ਲਈ ਮਦਦ ਕਰ। ਆਪ ਦੇ ਵਚਨ ਦੇ ਸ਼ਬਦਾਂ ਨੂੰ ਪਰਮੇਸ਼ਰ ਪਿਤਾ ਆਪ ਦੀ ਆਰਾਧਨਾ ਦੇ ਅਤੇ ਮਹਿਮਾ ਦੇ ਅਤੇ ਪ੍ਰਤਾਪ ਦੇ ਸ਼ਬਦ ਪਰਮੇਸ਼ਰ ਪਿਤਾ ਜੋ ਤੇਰੇ ਵਚਨ ਵਿੱਚ ਹੈ ਆਪ ਨੂੰ ਅਰਪਿਤ ਕਰਨ ਦੇ ਲਈ ਸਾਡੀ ਮਦਦ ਕਰ, ਤਾਂ ਕਿ ਆਪ ਦੇ ਨਾਮ ਦੀ ਵਡਿਆਈ ਹੋ ਸਕੇ ਔਰ ਆਪ ਇਸ ਵਚਨ ਤੋਂ ਪ੍ਰਸੰਨ ਹੋ ਸਕੋ ਜਿਸ ਦੇ ਨਾਲ ਆਪ ਦੇ ਨਾਮ ਦੀ ਮਹਿਮਾ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਵਿੱਚ। ਪਿਆਰੇ ਅਜ਼ੀਜ਼, ਅੱਜ ਦਾ ਦਿਨ ਪਰਮੇਸ਼ਵਰ ਦੀ ਜੈ ਅਤੇ ਪੁਨਰਥਾਨ ਦਾ ਦਿਨ ਹੈ। ਬਹੁਤ ਸਾਰੇ ਲੋਕ ਅੱਜ ਦੇ ਦਿਨ ਦੇ ਵਿੱਚ ਪਰਮੇਸ਼ਵਰ ਦੀ ਸੱਚੀ ਆਰਾਧਨਾ ਅਤੇ ਸੱਚੀ ਉਪਾਸਨਾ ਦੇ ਲਈ ਆਪਣੇ ਜੀਵਨ ਨੂੰ ਉਸ ਦੇ ਅੱਗੇ ਅਰਪਿਤ ਕਰ ਰਹੇ ਹਨ ਔਰ ਅਰਪਿਤ ਕਰਨ ਜਾ ਰਹੇ ਹਨ। ਕੁਝ ਜਗ੍ਹਾ ਦੇ ਉੱਤੇ ਤਿਆਰੀਆਂ ਚੱਲ ਰਹੀਆਂ, ਪਰ ਸਵਾਲ ਇਹ ਹੈ ਕਿ ਸੱਚੀ ਆਰਾਧਨਾ ਸਾਨੂੰ ਕਰਨੀ ਕਿਉਂ ਹੈ ਅਤੇ ਕਿਸ ਨੂੰ ਦੇਣੀ ਹੈ? ਇਸ ਦਾ ਅਰਥ ਕੀ ਹੈ? ਅੱਜ ਦੁਨੀਆ ਭਰ ਦੇ ਵਿੱਚ ਆਰਾਧਨਾ ਸ਼ਬਦ ਯੂਜ਼ ਕੀਤਾ ਜਾਂਦਾ ਹੈ, ਪਰ ਉਹਨਾਂ ਨੂੰ ਆਰਾਧਨਾ ਸ਼ਬਦ ਦਾ ਅਰਥ ਹੀ ਨਹੀਂ ਪਤਾ ਹੈ ਕਿ ਆਰਾਧਨਾ ਦਾ ਮਤਲਬ ਕੀ ਹੈ। ਆਰਾਧਨਾ ਦਾ ਮਤਲਬ ਹੈ ਪਰਮੇਸ਼ਰ ਨੂੰ ਦੇਣਾ, ਉਹਦੇ ਕੋਲੋਂ ਲੈਣਾ ਨਹੀਂ। ਅੱਜ ਬਹੁਤ ਸਾਰੇ ਲੋਕ ਪ੍ਰਾਰਥਨਾ ਕਰਕੇ, ਬਹੁਤ ਸਾਰੀਆਂ ਬੇਨਤੀਆਂ ਕਰਕੇ, ਅਰਦਾਸਾਂ ਕਰਕੇ ਉਸ ਕੋਲੋਂ ਮੰਗਦੇ ਆ, ਪਰ ਇਹ ਦਿਨ ਪਰਮੇਸ਼ਰ ਦੇ ਅੱਗੇ ਉਸ ਨੂੰ ਦੇਣ ਦਾ ਹੈ, ਨਾ ਕਿ ਲੈਣ ਦਾ, ਨਾ ਕਿ ਮੰਗਣ ਦਾ। ਮੇਰੇ ਪਿਆਰੇ ਅਸੀਸ, ਕਿਉਂਕਿ ਇਸ ਦਿਨ ਵਿੱਚ ਪਰਮੇਸ਼ਵਰ ਦੇ ਕੀਤੇ ਹੋਏ ਭਲਾਈ ਦੇ ਕੰਮਾਂ ਨੂੰ ਉਸ ਦੇ ਅੱਗੇ ਅਰਪਿਤ ਕਰਨਾ ਅਤੇ ਉਸ ਨੂੰ ਧੰਨਵਾਦ ਦੇਣਾ ਹੈ। ਮੈਂ ਆਪ ਨੂੰ ਇੱਕ ਅਜਿਹੀ ਹੀ ਘਟਨਾ ਆਪ ਦੇ ਸਮਕਸ਼ ਪ੍ਰਗਟ ਕਰਨ ਜਾ ਰਿਹਾ ਹਾਂ ਜੋ ਪਰਮੇਸ਼ਵਰ ਦੇ ਲਈ ਧੰਨਵਾਦ ਦੇ ਲਈ ਉਚਿਤ ਹੈ ਔਰ ਉਹ ਸ਼ਬਦ ਪਰਮੇਸ਼ਵਰ ਨੂੰ ਭਾਉਂਦੇ ਵੀ ਹੈ ਕਿ ਉਸ ਦੀ ਆਰਾਧਨਾ ਉਸ ਤਰੀਕੇ ਨਾਲ ਕੀਤੀ ਜਾਵੇ ਜਿਸ ਦੇ ਨਾਲ ਉਸ ਦਾ ਨਾਮ ਵੀ ਉੱਚਾ ਹੋ ਸਕੇ। ਇਸ ਦੁਨੀਆ ਦੇ ਵਿੱਚ, ਇਸ ਪੂਰੇ ਬ੍ਰਹਮੰਡ ਦੇ ਵਿੱਚ ਇੱਕੋ ਹੀ ਪਰਮੇਸ਼ਰ ਹੈ ਜੋ ਆਰਾਧਨਾ ਅਤੇ ਉਸਤਤ ਦੇ ਯੋਗ ਹੈ ਔਰ ਜਿਸ ਨੇ ਆਰਾਧਨਾ ਅਤੇ ਮਹਿਮਾ ਦੇ ਨਿਮਿਤ ਮਨੁੱਖ ਜਾਤੀ ਦੇ ਵਿੱਚ ਇੱਕ ਬਹੁਮੁੱਲਾ ਕੰਮ ਕੀਤਾ ਹੈ। ਬਾਣੀ ਦੱਸਦੀ ਹੈ ਕਿ ਸਰਵਤ ਸ੍ਰਿਸ਼ਟੀ ਪਰਮੇਸ਼ਰ ਦੇ ਸਮਕਸ਼ ਪਾਪ ਦੇ ਨਾਲ ਡੁੱਬੀ ਹੋਈ ਸੀ, ਪਾਪ ਦੇ ਨਾਲ ਜਕੜੀ ਹੋਈ ਸੀ, ਪਾਪ ਦੇ ਨਾਲ ਨਸ਼ਟ ਹੋ ਰਹੀ ਸੀ, ਪਰ ਪਰਮੇਸ਼ਵਰ ਨੇ ਇਸ ਮਨੁੱਖ ਜਾਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਔਰ ਇਸ ਮਨੁੱਖ ਜਾਤੀ ਨੂੰ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਅਤੇ ਆਪਣੀ ਆਰਾਧਨਾ ਦੇ ਲਈ ਇਸਤੇਮਾਲ ਕਰਨ ਦੇ ਲਈ ਉਸ ਨੇ ਮਹਿਮਾ ਰਚਿਤ ਕੰਮ ਇਸ ਧਰਤੀ ਦੇ ਉੱਤੇ ਮਨੁੱਖ ਬਣ ਕੇ ਕੀਤਾ ਔਰ ਉਹੀ ਇੱਕ ਸੰਪੂਰਨ ਮਨੁੱਖ ਸੀ ਜਿਸ ਦੇ ਉੱਤੇ ਕੋਈ ਦੋਸ਼ ਸਾਬਿਤ ਨਹੀਂ ਹੋ ਸਕਿਆ, ਜਿਸ ਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਬੁਰਾਈ ਸਾਬਿਤ ਨਹੀਂ ਹੋ ਸਕੀ, ਜਿਸ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਦੋਸ਼ਾਰੋਪਣ ਨਹੀਂ ਹੋ ਸਕਿਆ। ਉਹ ਨਿਸ਼ਪਾਪ ਨਿਕਲਿਆ ਅਤੇ ਪਵਿੱਤਰ ਨਿਕਲਿਆ ਅਤੇ ਪਰਮੇਸ਼ਰ ਦੇ ਲਈ ਉਹ ਪਾਪ ਦੇ ਪ੍ਰਤੀ ਇੱਕ ਪਵਿੱਤਰ ਮੇਮਨਾ, ਸਿੱਧ ਮੇਮਨਾ ਸੀ ਜੋ ਵੱਧ ਕੀਤੇ ਜਾਣ ਦੇ ਯੋਗ ਸੀ ਸਰਵਤ ਮਨੁੱਖ ਜਾਤੀ ਦੇ ਲਈ। ਔਰ ਮੇਰਾ ਅੱਜ ਦਾ ਵਿਸ਼ਾ ਇਸੇ ਦੇ ਨਾਲ ਹੈ, ਪਰਮੇਸ਼ਵਰ ਨੂੰ ਸੱਚੀ ਆਰਾਧਨਾ ਦੇਣਾ, ਪਰਮੇਸ਼ਵਰ ਦੀ ਸੱਚੀ ਭਗਤੀ ਕਰਨਾ। ਅੱਜ ਇਨਸਾਨ ਉਸ ਉਪਕਾਰ ਨੂੰ ਭੁੱਲ ਕੇ ਇਸ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਬਲੀਨ ਕਰਕੇ ਉਸ ਪਰਮੇਸ਼ਵਰ ਤੋਂ ਦੂਰ ਹੋ ਚੁੱਕਾ ਹੈ। ਪਰ ਪਰਮੇਸ਼ਵਰ ਨੇ ਉਸ ਦੇ ਲਈ ਜੋ ਉਪਰਾਲਾ ਕੀਤਾ ਹੈ, ਪਰਮੇਸ਼ਵਰ ਨੇ ਉਸ ਦੇ ਲਈ ਜੋ ਕੰਮ ਕੀਤਾ ਹੈ, ਉਸ ਕੰਮ ਨੂੰ ਅਸੀਂ ਕੋਈ ਭੁੱਲ ਨਹੀਂ ਸਕਦੇ, ਕਿਉਂਕਿ ਉਹ ਜੋ ਮਨੁੱਖ ਬਣਿਆ ਹੈ ਉਹ ਕੋਈ ਹੋਰ ਨਹੀਂ, ਪ੍ਰਭੂ ਯਿਸੂ ਮਸੀਹ ਹੈ, ਜਿਸ ਦੀ ਗਵਾਹੀ ਸਮੇਂ-ਸਮੇਂ ਦੇ ਉੱਤੇ ਪਰਮੇਸ਼ਵਰ ਨੇ ਆਪਣੇ ਭਗਤਾਂ ਦੇ ਰਾਹੀਂ ਸਾਡੇ ਵਿੱਚ ਦਿੱਤੀ ਹੈ ਔਰ ਅਸੀਂ ਉਸ ਨੂੰ ਕਦੇ ਭੁੱਲ ਨਹੀਂ ਸਕਦੇ। ਬਾਈਬਲ ਦੇ ਵਿੱਚ ਜਦੋਂ ਅਸੀਂ ਉਤਪਤੀ ਪੁਸਤਕ ਉਸ ਦਾ 3 ਅਧਿਆਏ ਪੜ੍ਹਦੇ ਹਾਂ, ਉੱਥੋਂ ਹੀ ਪਰਮੇਸ਼ਵਰ ਦੀ ਯੋਜਨਾ ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ ਆਰੰਭ ਹੋ ਚੁੱਕੀ ਸੀ ਔਰ ਪਰਮੇਸ਼ਵਰ ਨੇ ਉੱਥੇ ਸਾਫ਼ ਰੀਤੀ ਨਾਲ ਕਿਹਾ ਸੀ, ਉਹ ਤੇਰੇ ਅੱਡੀ ਨੂੰ ਦੱਸੇਗਾ
ਤੇ ਤੂੰ ਉਸ ਦੇ ਸਿਰ ਨੂੰ ਫੇਵੇਂਗਾ। ਕਿੰਨੀ ਵੱਡੀ ਮਹਾਨ ਯੋਜਨਾ ਉੱਥੋਂ ਸ਼ੁਰੂ ਹੋ ਚੁੱਕੀ ਸੀ। ਉਸ ਤੋਂ ਉਪਰੰਤ ਅਸੀਂ ਯਸ਼ਾਇਆ ਜੋ ਅੱਜ ਦੇ ਸਮੇਂ ਤੋਂ ਉਪਰੰਤ 700 ਸਾਲ ਪਹਿਲਾਂ ਉਸ ਦੀ ਇੱਕ ਗਵਾਹੀ ਦਿੱਤੀ ਗਈ ਸੀ, ਇੱਕ ਪੁੱਤਰ ਪੈਦਾ ਹੋਵੇਗਾ, ਤੂੰ ਉਸ ਦਾ ਨਾਮ ਇਮੈਨੂਅਲ ਰੱਖੀ ਅਤੇ ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਪਿਆਰੇ ਅਸੀਸ, ਉਹ ਗਵਾਹੀ ਨਵੇਂ ਨੇਮ ਦੇ ਵਿੱਚ ਜਾ ਕੇ 2022 ਸਾਲ ਪਹਿਲਾਂ ਉਹ ਗਵਾਹੀ ਪੂਰੀ ਹੋਈ ਯਰੂਸ਼ਲਮ ਦੇ ਬੈਤਲਹਮ ਦੇ ਵਿੱਚ, ਜਿੱਥੇ ਪਰਮੇਸ਼ਵਰ ਦੇ ਦੂਤ ਦੇ ਰਾਹੀਂ ਇਹ ਸ਼ਬਦ ਦਿੱਤਾ ਗਿਆ ਸੀ, ਤੂੰ ਉਸ ਦਾ ਨਾਮ ਯਸੂ ਰੱਖੀ, ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ ਅਤੇ ਉਹਨਾਂ ਨੂੰ ਮੁਕਤ ਕਰੇਗਾ, ਪਾਪ ਤੋਂ ਮੁਕਤ ਕਰੇਗਾ। ਦੂਸਰੇ ਸ਼ਬਦਾਂ ਦੇ ਵਿੱਚ ਅਸੀਂ ਪੜ੍ਹੀਏ ਮਤੀ ਰਚੀ ਸੁਸਮਾਚਾਰ 1 ਅਧਿਆਇ ਉਸ ਦੀ 23 ਆਇਤ, ਉਸ ਦੇ ਵਿੱਚ ਲਿਖਿਆ, ਤੂੰ ਉਸ ਦਾ ਨਾਮ ਇਮੈਨੂਅਲ ਰੱਖੀ, ਜਿਸ ਦਾ ਨਾਮ ਹੈ ਪਰਮੇਸ਼ਵਰ ਸਾਡੇ ਨਾਲ। ਉਹ ਪਰਮੇਸ਼ਵਰ ਜੋ ਦੂਰ ਹੋ ਚੁੱਕਾ ਸੀ ਪਾਪ ਦੇ ਕਾਰਨ ਮਨੁੱਖ ਦੇ, ਅੱਜ ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਾਪਾਂ ਦਾ ਰਿਣ ਚੁਕਾ ਕੇ ਕਲਵਰੀ ਕਰੂਸ ਦੇ ਉੱਤੇ ਸਾਡੇ ਨਾਲ ਆ ਗਿਆ। ਜਿਹੜੇ ਉਸ ਦੇ ਉੱਤੇ ਉਸ ਦੀ ਕੁਰਬਾਨੀ ਦੇ ਉੱਤੇ ਵਿਸ਼ਵਾਸ ਕਰਦੇ ਹਨ, ਉਹ ਉਹਨਾਂ ਦੇ ਨਾਲ ਹੈ, ਉਹਨਾਂ ਦੇ ਵਿੱਚ ਹੈ, ਉਹਨਾਂ ਦੇ ਵਿੱਚ ਕਿਰਿਆਸ਼ੀਲ ਹੈ। ਇਹ ਪਰਮੇਸ਼ਵਰ ਨੇ ਬਹੁਤ ਵੱਡਾ ਕੰਮ ਕੀਤਾ ਹੈ। ਜਦੋਂ ਇਸ ਕਾਰਜ ਦੇ ਨਿਮਿਤ ਮੈਂ ਪਰਮੇਸ਼ਵਰ ਦੇ ਦਾਸ ਦਾਊਦ ਦੇ ਸ਼ਬਦ ਆਰਾਧਨਾ ਦੇ ਸਮਕਸ਼ ਪੜ੍ਹਦਾ ਹਾਂ ਤਾਂ ਮੇਰਾ ਦਿਲ ਪਰਮੇਸ਼ਵਰ ਦੀ ਭਗਤੀ ਦੇ ਲਈ ਉਮੜ ਪੈਂਦਾ ਹੈ। ਇਸ ਵਚਨ ਦਾ ਜੋ ਸੱਚੀ ਆਰਾਧਨਾ ਦੇ ਵਚਨ ਦੇ ਸ਼ਬਦਾਂ ਦਾ ਜੋ ਮੈਂ ਖੰਡ ਲਿਆ ਹੈ, ਉਹ ਲਿਆ ਹੈ ਪਹਿਲਾ ਇਤਿਹਾਸ ਉਸ ਦਾ 29 ਅਧਿਆਇ ਉਸ ਦੀ 10 ਅਤੇ 11 ਹੈ। ਇੱਥੇ ਦਾਊਦ ਬਾਦਸ਼ਾਹ ਇਸ ਤਰ੍ਹਾਂ ਪਰਮੇਸ਼ਵਰ ਦੀ ਆਪਣੇ ਮੁਖ ਦੇ ਧੰਨਵਾਦ ਦੇ ਸ਼ਬਦਾਂ ਨਾਲ ਉਸ ਦੀ ਆਰਾਧਨਾ ਕਰਦਾ ਹੈ। ਕਹਿੰਦਾ, ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾ ਦਾ ਧੰਨਵਾਦ ਕੀਤਾ ਅਤੇ ਦਾਊਦ ਨੇ ਆਖਿਆ, ਹੇ ਯਹੋਵਾ ਸਾਡੇ ਪਿਤਾ ਇਸਰਾਇਲ ਦੇ ਪਰਮੇਸ਼ਵਰ, ਤੂੰ ਸਦੀਪਕ ਕਾਲ ਤੋੜੀ ਧਨ ਹੈ, ਮੁਬਾਰਕ ਹੈ। ਹੇ ਯਹੋਵਾ ਵਡਿਆਈ ਪਹਿਲਾ ਸ਼ਬਦ, ਸ਼ਕਤੀ ਦੂਜਾ ਸ਼ਬਦ, ਪ੍ਰਤਾਪ ਤੀਜਾ ਸ਼ਬਦ ਅਤੇ ਫਤਿਹ ਚੌਥਾ ਸ਼ਬਦ, ਮਹਿਮਾ ਪੰਜਵਾਂ ਸ਼ਬਦ ਤੇਰੀ ਹੀ ਹੈ। ਕਿੰਨੇ ਵੱਡੇ ਸ਼ਬਦ ਹੈ। ਉਸ ਤੋਂ ਉਪਰੰਤ ਕਹਿੰਦਾ, ਕਿਉਂ ਜੋ ਸਭੋ ਕੁਝ ਜਿਹੜਾ ਆਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾ ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅਤ ਉੱਚੇ ਤੋਂ ਉੱਚਾ ਹੈ। ਕਿੰਨੀ ਵੱਡੀ ਅਤੇ ਕਿੰਨੀ ਸੁੰਦਰ ਆਰਾਧਨਾ ਦਾਊਦ ਨੇ ਉਸ ਸਮੇਂ ਦੇ ਵਿੱਚ ਆਪਣੇ ਪਰਮੇਸ਼ਵਰ ਦੇ ਅੱਗੇ ਮੁਬਾਰਕ ਕਰਕੇ ਆਖੀ ਹੈ। ਅੱਜ ਜੇ ਉਹਨਾਂ ਸ਼ਬਦਾਂ ਨੂੰ ਅਸੀਂ ਵੇਖੀਏ ਤਾਂ ਬੜੇ ਹੀ ਮੁਬਾਰਕ ਸ਼ਬਦ ਹੈ। ਰਾਜੇ ਦਾਊਦ ਨੂੰ ਵਾਜਬ ਰੂਪ ਵਿੱਚ ਇੱਕ ਸੰਗੀਤਕਾਰ, ਇੱਕ ਕਵੀ, ਇੱਕ ਦਾਨਵ ਨੂੰ ਮਾਰਨ ਵਾਲਾ, ਇੱਕ ਯੋਧਾ ਤੇ ਬੇਸ਼ੱਕ ਇੱਕ ਰਾਜਾ ਕਿਹਾ ਜਾਂਦਾ ਸੀ, ਪਰ ਪਰਮੇਸ਼ਵਰ ਦੀ ਆਰਾਧਨਾ ਦੇ ਲਈ ਉਸ ਦੇ ਕੋਲ ਗਿਆਨ ਦਾ ਭੰਡਾਰ ਸੀ। ਇਸ ਲਈ ਦਾਊਦ ਪਰਮੇਸ਼ਵਰ ਨੂੰ ਦਾਊਦ ਮਨ ਭਾਉਂਦਾ ਸੀ। ਕਿਉਂ? ਕਿਉਂਕਿ ਪਰਮੇਸ਼ਵਰ ਨਾਲ ਪਿਆਰ ਅਤੇ ਉਹਦੀ ਉਪਾਸਨਾ ਜੋ ਉਹ ਕਰਦਾ ਸੀ, ਉਹ ਪਰਮੇਸ਼ਵਰ ਨੂੰ ਮਨ ਭਾਉਂਦੀ ਸੀ। ਪਰ ਸਭ ਦੇ ਪ੍ਰਤੀ ਆਦਰ ਅਤੇ ਪ੍ਰਸ਼ੰਸਾ ਨਾਲ ਪ੍ਰਕਿਰਿਆ ਵੀ ਦਿੱਤੀ ਜੋ ਪਰਮੇਸ਼ਵਰ ਨੇ ਉਸ ਤਾਈਂ ਪ੍ਰਗਟ ਕੀਤਾ, ਉਸ ਤਾਈਂ ਆਪਣੇ ਆਪ ਨੂੰ ਉਸ ਤਾਈਂ ਪ੍ਰਗਟ ਕੀਤਾ। ਔਰ ਉਸ ਦਾ ਪ੍ਰਗਟ ਕਰਨਾ ਅੱਜ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਸੱਚੀ ਆਰਾਧਨਾ ਦਾ ਸਾਡੇ ਲਈ ਮਹਾਨ ਪਾਤਰ ਪ੍ਰਗਟ ਹੁੰਦਾ ਹੈ, ਜਿਸ ਦੇ ਰਾਹੀਂ ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦੀਆਂ ਭੇਟਾਂ ਦੇ ਕੇ ਉਸ ਨੂੰ ਅੱਤ ਉੱਚਾ ਕਰਕੇ ਉਸ ਦੀ ਵਡਿਆਈ ਕਰ ਸਕਦੇ। ਪਹਿਲਾ ਸ਼ਬਦ ਜੋ ਮੈਂ ਦਾਊਦ ਦੀ ਜਵਾਨੀ ਪੜ੍ਹਿਆ, ਜੋ ਉਪਾਸਨਾ ਤੋਂ ਪਰੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਡੂੰਘੀ ਭਵਿੱਖਬਾਣੀ ਨੂੰ ਪ੍ਰਗਟ ਕਰਦਾ ਸੀ, ਜਿਹੜਾ ਅੱਜ ਉਸ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਆਰਾਧਨਾ ਦੇ ਸ਼ਬਦਾਂ ਵਲੀ ਦਾ ਮਹਾਨ ਕਾਰਨ ਬਣ ਜਾਂਦਾ ਹੈ। ਪਹਿਲਾ ਸ਼ਬਦ, हे ਪ੍ਰਭੂ ਜੀ, हे ਪਰਮੇਸ਼ਵਰ, ਵਡਿਆਈ ਤੇਰੀ ਹੀ। ਆਪਣੀ ਪਰਮੇਸ਼ਵਰਤਾਈ ਦੀ ਮਹਿਮਾ ਵਿੱਚ ਮਹਾਨ
अपनी सृष्टि संबंधी ताकत विच महान, अपने सिंहासन तो हेठां चरनी ताईं आउण विच महान उस देह धारण दे दूत ने कहा वो महान होवे। मती रची सुसमाचार 21 आयत तो जदों असीं पढ़ो वो महान होवेगा। लुका रची सुसमाचार दे विच 2 अध्याय वो महान होवेगा। मेरे प्यारे असीस, सचमुच दाऊद दे वो शब्द जो कहे अज मेरे प्रभु की महिमा नूं प्रगट करते हैं जिस तो परमेश्वर प्रसन्न होता। दूसरा शब्द अते शक्ति। जदों मैं उस शक्ति के बारे ध्यान करता हाँ, जद यसु मनुखा विचाले रहा उसने परमेश्वर की ताकत नूं राजी करन अते भला करन विच विखालिया। परमेश्वर की ताकत पर अमोलक मुक्ति दाता उसने कदे भी अपनी ताकत नूं अपने आप नूं ज़्यादा सखाड़ा करन दे लई नहीं करते। अपनी ताकत वो चाहता तो सोली तो आ सकता सी, वो चाहता तो दुखा तो बच सकता सी, वो चाहता तो मारा ते तसीहा तो बच सकता सी, पर उसने इस ताकत नूं अपने जीवन दे विच मेरी जान नूं बचाउण दे लई सखाड़ा नहीं कीता। किन्ना महान परमेश्वर है जिसने अपने पुत्र नूं मेरे लिए दे दिता, अपनी ताकत नूं मेरे जीवन नूं बचाउण दे लई यसु मसीह विच प्रगट कर दिता। सचमुच वो परमेश्वर धन्नवाद महिमा वडियाई दी। तीसरा शब्द अते प्रताप। सलीब ते जाण तो थोड़ी देर पहला उसने कहा, हे पिता मैनू इस घड़ी तो बचा, मैनू इस घड़ी तो बचा। पर इसे लिए मैं इस घड़ी तक आया हाँ, हे पिता अपने नाम नूं वडियाई दे। ਉਹਦੇ नाम नूं वडियाई दी, ਇਹਦਾ मतलब ਉਹਦਾ प्रताप उस दे उत्ते प्रगट मेरे जीवन। यूहन्ना 12 अध्याय ਉਹਦੀ 27 ਅਤੇ 28 आयत ਦੇ ਵਿੱਚ ਅਸੀਂ ਪੜ੍ਹਦੇ ਹਾਂ। सचमुच कालवरी ते महिमा दिखाई दिती जद प्रभु यसु मसीह ने अपने बलिदान सदका पाप नूं लांभे कर दिता। उदों महिमा दिखाई दिती है जदों पाप नूं लांभे कर दिता मेरे लिए उस पाप का बलिदान उसने कालवरी क्रूस के उत्ते दे दिता। फिर उसने क्या परमेश्वर ने उस बलिदान मेरे लिए, हाँ मेरे लिए उसने स्वीकार किया। सचमुच ये शब्द किन्ने डूंगे परमेश्वर की आराधना दे लिए मेरे दिल नूं परमेश्वर के प्रति बलिदान होण, बलिदान देण उमड़ते जाते कि उसके नाम नूं मैं इन्हां शब्दां दे नाल उच्चा कर सकां। उस तो उपरांत असीं देखदे हां अते फतेह। दाऊद दे शब्द कोई सौखे शब्द नहीं सी। सचमुच उसके मूँह दे विचों अज दे समय दी प्रभु यसु मसीह की महिमा सब उसके जीवन च। मेरे जीवन च शब्द नहीं सी आ सकते, मेरे जीवन च इन्हां शब्दां दा कोई अवलोकन नहीं सी, पर परमेश्वर ने मेरे लिए इस शब्द नूं प्रगट किया। मैं उस परमेश्वर का इस शब्द के लिए एक शब्द के लिए इसकी अगर खोज की जाए तो साडा जीवन खत्म हो जाएगा, पर इस शब्द की गहराई खत्म नहीं। कितना अद्भुत परमेश्वर, सचमुच बड़ियाई महिमा दी परमेश्वर जिसने मेरे लिए इस शब्द के विच अद्भुत काम किया। अते फतेह। असी खाली कबर ते जित नाल खड़े हुंदे हां। जदों असी उत्थे प्रभु यसु मसीह की खाली कबर नूं देखदे हां तां असी जित दे नाल फतेह दे नाल खड़े हुंदे हां ते दूत दी आवाज़ नूं सुणदे हां। वो इत्थे है नहीं,
मेरे लिए, मेरे जीवन ਨੂੰ ਦੇਣ ਦੇ ਲਈ ਉਹ ਪ੍ਰਭੂ ਮੁਰਦਿਆਂ ਵਿੱਚੋਂ ਜੀ ਉੱਠਿਆ। ਸੱਚਮੁੱਚ ਉਸ ਨੇ ਮੌਤ ਦੇ ਉੱਤੇ ਮੈਨੂੰ ਜੀਵੰਤ ਕਰਨ ਦੇ ਲਈ ਫਤਿਹ ਪ੍ਰਾਪਤ ਕੀਤੀ ਹੈ। ਕਿੰਨਾ ਅਦਭੁਤ ਪਰਮੇਸ਼ਰ ਹੈ। ਜਿੰਨੀ ਉਹਦੀ ਵਡਿਆਈ ਕੀਤੀ ਜਾਵੇ, ਜਿੰਨੀ ਉਹਦੀ ਉਸਤਤ ਕੀਤੀ ਜਾਵੇ, ਸੱਚਮੁੱਚ ਉਹ ਥੋੜੀ ਹੈ। ਕਿਹੋ ਜਿਹਾ ਜਿੱਤ ਉਸ ਪੁਨਰਥਾਨ ਨੇ ਉਸ ਦੇ ਪਾਪ, ਮੌਤ ਤੇ ਸ਼ੈਤਾਨ ਉੱਤੇ ਜਿੱਤ ਵਿਖਾਲ ਕੇ ਮੈਨੂੰ ਪਰਮੇਸ਼ਵਰ ਦੇ ਅੱਗੇ ਆਰਾਧਨਾ ਉਪਾਸਨਾ ਦੇ ਲਈ ਧਰ ਦਿੱਤਾ। ਸੱਚਮੁੱਚ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦਾ ਰਣੀ। ਮੈਂ ਉਸ ਦਾ ਕਰਜ਼ ਕਿਵੇਂ ਚੁਕਾ ਸਕਦਾ? ਨਹੀਂ, ਬਾਈਬਲ 'ਚ ਲਿਖਿਆ ਹੈ ਤੂੰ ਸਿਰਫ ਇਹਨਾਂ ਉਪਕਾਰਾਂ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰ, ਉਹ ਉਸ ਤੋਂ ਹੀ ਪ੍ਰਸੰਨ ਹੁੰਦਾ। ਅੱਜ ਦੁਨੀਆ, ਅੱਜ ਵਿਸ਼ਵਾਸੀ ਇਸ ਗੱਲ ਨੂੰ ਨਾ ਸਮਝਦੇ ਹੋਏ ਉਸ ਦਾ ਮਜ਼ਾਕ ਕਰਦੇ ਨੇ ਜਦੋਂ ਉਸ ਦਿਨ ਨੂੰ ਧੰਨਵਾਦ ਦੇ ਨਿਮਿਤ ਛੱਡ ਕੇ ਸੰਸਾਰ ਦੇ ਵਿੱਚ ਆਪਣੇ ਐਸ਼ ਆਰਾਮ, ਆਪਣੇ ਰਿਸ਼ਤੇਦਾਰੀ, ਆਪਣੇ ਜੀਵਨ ਦੇ ਲਾਲਚਾਂ ਦੇ ਲਈ ਉਸ ਦੇ ਕੀਤੇ ਹੋਏ ਉਪਕਾਰਾਂ ਨੂੰ ਵਿਸਾਰ ਕੇ ਚਲੇ ਜਾਂਦੇ। ਪਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ, ਜਿਸ ਨੇ ਮੇਰੇ ਜੀਵਨ ਦੇ ਵਿੱਚ ਉਸ ਪਾਪ ਤੋਂ, ਮੌਤ ਤੋਂ ਅਤੇ ਸ਼ੈਤਾਨ ਤੋਂ ਮੇਰੇ ਜੀਵਨ ਨੂੰ ਜਿੱਤ ਲਿਆ। ਆਪਣੀ ਆਰਾਧਨਾ ਦੇ ਲਈ, ਆਪਣੀ ਉਪਾਸਨਾ ਦੇ ਲਈ, ਆਪਣੀ ਮਹਿਮਾ ਦੇ ਲਈ ਮੈਨੂੰ ਜਿੱਤ ਲਿਆ। ਸੱਚਮੁੱਚ ਮੈਂ ਉਸ ਪਰਮੇਸ਼ਵਰ ਦਾ ਕਿਹਨਾਂ ਅਲਫਾਜ਼ਾਂ ਦੇ ਨਾਲ ਧੰਨਵਾਦ ਕਰਾਂ। ਮੇਰੇ ਕੋਲ ਸ਼ਬਦ ਨਹੀਂ, ਪਰ ਦਾਊਦ ਦੇ ਇਹਨਾਂ ਸ਼ਬਦਾਂ ਦੇ ਵਿੱਚ ਮੈਨੂੰ ਉਸ ਦੀ ਆਰਾਧਨਾ ਕਰਨ ਦੇ ਲਈ, ਉਸ ਦੀ ਮਹਿਮਾ ਕਰਨ ਦੇ ਲਈ ਮੇਰੇ ਵਿੱਚ ਉਸ ਦੀ ਉਸਤਤ ਉਮੜੀ ਹੈ, ਉਸ ਦੀ ਵਡਿਆਈ ਉਮੜੀ ਹੈ। ਅੰਤਿਮ ਸ਼ਬਦ ਅਤੇ ਮਹਿਮਾ ਅਤੇ ਪ੍ਰਤਾਪ ਉਸ ਸਮੇਂ ਨੂੰ ਵੇਖਦੇ ਹਾਂ ਜਦ ਉਹ ਧਰਤੀ ਉੱਤੇ ਨਿਆਂ ਕਰਨ ਅਤੇ ਧਾਰਮਿਕਤਾ ਨਾਲ ਯੁੱਧ ਕਰਨ ਨੂੰ ਵਾਪਸ ਆਵੇਗਾ। ਜਦੋਂ ਵਾਪਸ ਆਵੇਗਾ, ਕਿੱਦਾਂ ਆਵੇਗਾ? ਮਹਿਮਾ ਦੇ ਨਾਲ, ਮਹਿਮਾ ਦੇ ਨਾਲ। ਉਸ ਮਹਿਮਾ ਦੇ ਵਿੱਚ ਉਸਨੇ ਮੈਨੂੰ ਤਜ ਲਿਆ। ਕਿਹੋ ਜਿਹੀ ਮਹਿਮਾ ਹੋਵੇਗੀ? ਬਾਈਬਲ 'ਚ ਲਿਖਿਆ ਹੈ ਜਦੋਂ ਤੁਰਹੀ ਫੂਕੀ ਜਾਵੇਗੀ, ਅਸੀਂ ਪਲਕ ਝਪਕਦੇ ਹੀ ਹੋਰ ਦੇ ਹੋਰ ਹੋ ਜਾਵਾਂਗੇ। ਮਤਲਬ ਉਸ ਮਹਿਮਾ ਦੇ ਰੂਪ ਦੇ ਵਿੱਚ ਪਰਿਵਰਤਿਤ ਹੋ। ਉਹ ਮਹਿਮਾ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਵਿੱਚ ਮੈਨੂੰ ਦਿੱਤੀ ਹੈ ਕਿ ਮੈਂ ਉਹਦਾ ਧੰਨਵਾਦ ਨਾ ਕਰਾਂ, ਮੈਂ ਉਹਦੀ ਮਹਿਮਾ ਨਾ ਕਰਾਂ। ਸੱਚਮੁੱਚ ਉਹ ਪਰਮੇਸ਼ਵਰ ਮਹਿਮਾ ਅਤੇ ਧੰਨਵਾਦ ਅਤੇ ਵਡਿਆਈ ਦੇ ਯੋਗ ਹੈ। ਅਤੇ ਤਦ ਉਸ ਦਾ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਵਜੋਂ ਸਵਾਗਤ ਕੀਤਾ ਜਾਵੇਗਾ। ਸੱਚਮੁੱਚ ਉਹ ਲੇਲਾ, ਧੰਨਵਾਦ, ਮਹਿਮਾ, ਵਡਿਆਈ ਦੇ ਯੋਗ ਪਰਮੇਸ਼ਵਰ। ਦਾਊਦ ਦੇ ਕਿੰਨੇ ਸਾਲਾਂ ਪਹਿਲਾਂ ਇਹ ਸ਼ਬਦ ਆਰਾਧਨਾ ਦੇ ਲਈ ਪਰਮੇਸ਼ਵਰ ਦੇ ਅੱਗੇ ਅਰਪਿਤ, ਅੱਜ ਮੇਰੇ ਲਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਅਰਪਿਤ ਹੈ। ਮੈਂ ਇਹਨਾਂ ਸ਼ਬਦਾਂ ਦੇ ਨਾਲ, ਇਹਨਾਂ ਮਹਿਮਾ ਯੋਗ ਸ਼ਬਦਾਂ ਦੇ ਨਾਲ ਪਰਮੇਸ਼ਵਰ ਨੂੰ ਧੰਨਵਾਦ, ਮਹਿਮਾ, ਵਡਿਆਈ ਅਤੇ ਉਸਤਤ ਇਸ ਵਚਨ ਦੇ ਰਾਹੀਂ ਅਰਪਿਤ ਕਰਦਾ। ਪਰਮੇਸ਼ਵਰ ਨੂੰ ਪ੍ਰਭਾਵ ਇਹ ਵਚਨ ਆਪ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ।